वेलकम बैक नाजरीन, आप जैसा कि देख रहे हैं द बी शो। और आज मेरे साथ मौजूद हैं राना खुर्रम साहब, जिन्होंने 1965 की जंग, पूरी जंग अपनी आंखों से देखी। और आज हम इनसे जानेंगे उस जंग का पूरा अहवाल और इसबाब, क्या था कि वो जंग किस तरह हुई, क्या हुई, कौन जीता कौन हारा। और आइए अब मिलते हैं राना खुर्रम साहब से। कैसे हैं राना साहब, आप ठीक ठाक हैं? अल्लाह का शुक्र पुत्र, तू सुना। मैं बिल्कुल ठीक ठाक हूँ। और सुनाए, जिंदगी में क्या चल रहा है आपको? कोई नहीं पुत्रो, इस ਵੇਲੇ तेरे नाल ही बैठा। ਇਹ ਤੇ ਗੱਲ ਬਿਲਕੁਲ ਠੀਕ ਹੈ ਤੁਹਾਡੀ, ਤੁਸੀਂ ਮੇਰੇ ਨਾਲ ਬੈਠੇ ਹੋਏ ਹੋ। ਅੱਛਾ, ਤੁਸੀਂ ਇਹ ਦੱਸੋ ਕਿ ਜਦੋਂ 1965 ਦੀ ਜੰਗ ਲੱਗੀ, ਜਿਸ ਤਰ੍ਹਾਂ ਕਿ 6 ਦਸੰਬਰ ਦਾ ਦਿਨ ਹੈ, ਸਾਰੇ ਲੋਕ ਡਿਫੈਂਸ ਡੇ ਦੇ ਨਾਲ ਉਹਨੂੰ ਮਨਾਉਂਦੇ ਨੇ, ਠੀਕ ਹੈ। ਪਾਕਿਸਤਾਨ ਵਿੱਚ ਬੜੇ ਜੋਸ਼ ਜਜ਼ਬੇ ਦੇ ਨਾਲ ਅਸੀਂ ਇਹਨੂੰ ਸੈਲੀਬ੍ਰੇਟ ਕਰਨੇ ਆ, ਅਸੀਂ ਲੋਕਾਂ ਨੂੰ ਮਹਾਨੇ ਆ ਕਿ ਅਸੀਂ ਇਹ ਜੰਗ ਜਿੱਤੀ ਹੈ 1965 ਦੇ ਵਿੱਚ, जिनके ਵਿੱਚ ਸਾਡੇ बड़े शहीद भी हुए, साढ़े मेजर्स, जर्नैल्स, हमारी आर्मी, बहुत से लोगों ने जो है अपना जान के नजराने पेश किए और फिर जाके हमें एक फतह नसीब हुई। तो आइए ये पूरी स्टोरी सुनते हैं राना खुर्रम साहब से, जिनकी एज माशाल्लाह से 100 से भी ऊपर की है। मैंने तो ऐ समझ नहीं आती कि अभी तक सब क्यों नहीं बन गए। पुत्र, सब तो पहले मैं तेरा बड़ा शुक्रगुजार हैगा वा। मैं कि ਤੁਹਾਨੂੰ ਰੋਟੀ ਖਵਾਈ ਅੱਜ। इजाजत दे, मैं ते गल पूरी कर लवां। ਹਾਂਜੀ ਰਾਣਾ ਸਾਹਿਬ, ਤੁਸੀਂ ਮੈਨੂੰ ਨਾ ਸਭ ਤੋਂ ਪਹਿਲੇ ਸਾਰੀਆਂ ਗੱਲਾਂ ਛੱਡ ਕੇ ਤੁਸੀਂ ਮੈਨੂੰ ਜੰਗ ਦਾ ਹਾਲ ਦੱਸੋ ਕਿ ਜੰਗ ਹੋਈ ਕਿਸ ਤਰ੍ਹਾਂ, ਜੰਗ 'ਚ ਕੀ ਹੋਇਆ ਤੇ ਤੁਸੀਂ ਕਿੱਥੇ ਬੈਠੇ ਹੋਏ ਸੀ ਉਸ ਟਾਈਮ ਜਿਹੜਾ ਤੁਸੀਂ ओही स्टार्ट करन लगा, ओही ते स्टार्ट करन लगा वा। तू बोलन देगा तां बोलना वा। ਅੱਛਾ ਜੀ, ਤੁਸੀਂ ਹੁਣ ਬੋਲਣਾ ਸ਼ੁਰੂ ਕਰ ਦਿਓ, ਮੈਂ ਚੁੱਪ ਕਰ ਦਾਂ। सब तो पहले मैं तेरा बड़ा शुक्रगुजार हैगा वा, तेरे चैनल दा बड़ा शुक्रगुजार हैगा वा, कवर पाकिस्तान दा, कि जिन्ने मैनू इस यौम दफा ते अपनी अखां देखा हाल जिहड़ा है वो बयान करने का मौका दिता। वो रात जिहड़ी सी, बल्कि मैं ये कहांगा बड़ी घिनौनी रात। ਬੜੀ ਗਨੌਨੀ ਰਾਤ ਕੀ ਤੁਹਾਨੂੰ ਖੁਆਬ ਆ ਰਹੇ ਸੀ ਉਸ ਰਾਤ? ਆਹੋ, ਮੈਨੂੰ ख्वाब ही आਉਂਦੇ ਸੀ ਕਿ ਜੰਗ ਹੋਣ ਲੱਗੀ ਹਾਂ। ਤੇ ਮੈਂ ਮੰਜੀ 'ਚ ਲੁਕ ਜਾਵਾਂ ਹਾਂ। ਜਾਂ ਮੰਜੀ ਦੇ ਥੱਲੇ ਲੁਕ ਜਾਵਾਂ। ਗੱਲ ਪੁੱਤਰ ਕੋਈ ਨਹੀਂ, ਤੈਨੂੰ ਕੋਈ ਕੀੜਾ ਸੱਟ ਮਾਰਦਾ, ਗੱਲ ਤੂੰ ਮੇਰੀ ਪੂਰੀ ਕਰਨ ਦਿੰਦਾ। ਉਹ ਜਿਹੜੀ ਰਾਤ ਸੀ ਨਾ, ਬੜੀ ਘਿਨੌਨੀ ਰਾਤ ਸੀ, ਜਦੋਂ ਦੁਸ਼ਮਣ ਮੁਲਕ ਨੇ ਸਾਡੇ ਮੁਲਕ ਤੇ 5 ਤੋਂ 6 ਤਾਰੀਖ ਦਰਮਿਆਨੀ ਰਾਤ ਨੂੰ ਹਮਲਾ ਕਰਤਾ ਸੀ। ਉਹ ਇਹ ਕਹਿੰਦੇ ਸੀ ਕਿ ਪਾਕਿਸਤਾਨ ਨੂੰ ਅਸੀਂ ਸਰਪ੍ਰਾਈਜ਼ ਦੇਵਾਂਗੇ। ਕਿਸ ਚੀਜ਼ ਦਾ ਸਰਪ੍ਰਾਈਜ਼ ਦੇਣਾ ਚਾਹੁੰਦੇ ਪਾਕਿਸਤਾਨ ਨੂੰ? ਉਹ ਇਹ ਸਰਪ੍ਰਾਈਜ਼ ਦੇਣਾ ਚਾਹੁੰਦੇ ਸੀ ਕਿ ਹਿਸਟਰੀ ਵਿੱਚ ਲਿਖਿਆ ਕਿ ਉਹ ਕਹਿੰਦੇ ਸੀ ਅਸੀਂ ਜਿਸ ਵੇਲੇ ਸੂਰਜ ਤੁਲੂ ਹੋਏਗਾ ਨਾ, ਅਸੀਂ ਮੁਲਕ ਤੇ ਕਬਜ਼ਾ ਕਰ ਲਾਂਗੇ ਤੇ ਨਾਸ਼ਤਾ ਜਿਹੜਾ ਹੈ ਉਹ ਲਾਹੌਰ ਜਿਮਖਾਨਾ ਜਾਇਆ ਕਰਾਂਗੇ। ਅੱਛਾ, ਉਦੋਂ ਉੱਥੇ ਨਾਸ਼ਤਾ ਫ੍ਰੀ ਲੱਗਦਾ ਸੀ ਜਿਹੜਾ ਉਹਨਾਂ ਨੇ ਆ ਕੇ ਕਰਨਾ ਸੀ? ਉਹਨਾਂ ਦੀ ਆਪਣੀ हुकूमत आ जाती, फिर जो मर्जी खाते रहते। नहीं, हुकूमत, एक बात मुझे समझ में नहीं आती कि आप किसी के ऊपर स्ट्राइक कर रहे हैं और आप ये तो रखते हैं कि कल तुम्हारे घर में आके नाश्ता करेंगे। मतलब क्या यहाँ पे फ्री नाश्ता लगा हुआ है, लंगर खुला हुआ है यहाँ पे जो आप लोग आके नाश्ता करेंगे? उन्होंने कब्जा कर लेना था ना मुल्क पे। अच्छा अच्छा, फिर जो मर्जी करते फिरते। उन्होंने ये नहीं पता सी कि ਇੱਥੇ तो लोग भी कोई गोली गोली चलाना जानते ने, ਇਹਨਾਂ ਨੇ ਵੀ ਕੋਈ ਫੌਜ ਰੱਖੀ ਹੈ। ਉਹਨਾਂ ਨੂੰ ਬੜੀ ਗਲਤਫਹਿਮੀ ਸੀ, ਉਹਨਾਂ ਨੂੰ ਇਸ ਚੀਜ਼ ਦਾ ਅੰਦਾਜ਼ਾ ਨਹੀਂ ਸੀ ਕਿ ਸਾਡੇ ਜਿਹੜੇ ਜਵਾਨ ਨੇ, ਜਿਹੜੇ ਬਾਰਡਰਾਂ ਤੇ ਬੈਠੇ ਨੇ ਇਸ ਵੇਲੇ ਸਾਡੀ ਜਾਨੋ ਮਾਲ ਦੀ, ਸਾਡੇ ਮੁਲਕ ਦੀ ਹਿਫਾਜ਼ਤ ਕਰਦੇ ਪਏ ਨੇ। ਉਹ ਦਿਨ ਦੇ ਵਕਤ ਜੋ ਕੁਝ ਕੰਟਰੋਲ ਕਰਦੇ ਨੇ, ਲੇਕਿਨ ਰਾਤ ਦੇ ਹਨੇਰੇ ਵਿੱਚ ਵੀ ਤੇ ਉਹਦੀ ਅੱਖਾਂ ਜਿਹੜੀਆਂ ਉਹ ਕਾਬ ਦਾ ਕੰਮ ਕਰਦੀਆਂ ਨੇ। ਵਾਹ ਵਾਹ। ਸਦਰ ਅਯੂਬ ਨੇ ਅਨਾਉਂਸਮੈਂਟ ਕੀਤੀ ਰੇਡੀਓ ਤੇ। ਅੱਛਾ। ਉਹਨੇ ਕਿਹਾ ਲਾ ਇਲਾਹਾ ਇल्ला ਦੇ ਮੰਨਣ ਵਾਲਿਓ, ਹਿੰਦੁਸਤਾਨ ਨੇ ਆਪਣੇ ਮੁਲਕ ਤੇ ਹਮਲਾ ਕਰ ਦਿੱਤਾ। ਸਾਰੇ ਉਠੋ ਤੇ ਬਾਹਰ ਆ ਕੇ ਦੁਸ਼ਮਣ ਦਾ ਮੁਕਾਬਲਾ ਕਰੋ। ਤੇ ਪੁੱਤਰ ਯਕੀਨ ਕਰ, ਕੀ ਮਰਦ ਸੀ, ਕੀ ਬੱਚੇ ਸੀ, ਕੀ ਮੇਰੇ ਵਰਗੇ, ਉਸ ਵੇਲੇ ਮੈਂ ਤੇ ਜਵਾਨ ਸੀ, ਬਲਕਿ ਮੇਰਾ ਮਤਲਬ ਕਿ ਮੈਂ ਕੋਈ 8-10 ਸਾਲ ਦਾ ਹੋਵਾਂ। ਨਹੀਂ, ਇਹ 8-10 ਸਾਲਾਂ ਦੀ ਕਿਹੜੀ ਜਵਾਨੀ ਹੁੰਦੀ ਹੈ? ਉਹ ਸਾਨੂੰ ਉਸ ਵੇਲੇ ਜਵਾਨੀ ਸੀ ਤੇ ਕੋਈ ਪਤਾ ਨਹੀਂ, ਹਰ ਬੰਦਾ ਡੰਡੇ ਚੁੱਕੇ ਤੇ ਬਾਹਰ ਨਿਕਲ ਆਇਆ ਸੀ। ਬਾਰਡਰਾਂ ਨੂੰ ਭੱਜ ਰਹੇ ਨੇ ਲੋਕ, ਬੁਰਾ ਹਾਲਾਤ, ਹਰ ਪਾਸੇ ਖੂਨ, ਬੁਰਾ ਹਾਲ। ਥੱਲੇ ਵੇਖਦੇ ਸੀ ਉਹਦੇ ਟੈਂਕ ਆਉਂਦੇ ਪਏ ਸੀ, ਉੱਤੇ ਵੇਖਦੇ ਸੀ ਉਹਦੇ ਜਹਾਜ਼ ਚੱਲਦੇ ਪਏ ਸੀ, ਸ਼ੈਲਿੰਗ ਕਰਦੇ ਪਏ ਸੀ। ਮੈਂ ਸਭ ਕੁਝ ਆਪਣੀ ਅੱਖਾਂ ਨਾਲ ਵੇਖ ਲਿਆ ਸੀ। ਬੜਾ ਖੂਨ ਖਰਾਬਾ ਸੀ, ਬੜਾ ਖੂਨ ਖਰਾਬਾ ਸੀ।
ਤੇ ਤੁਹਾਨੂੰ ਡਰ ਡਰ ਨਹੀਂ ਲੱਗਾ? ਡਰ ਲੱਗਦਾ ਸੀ, ਲੇਕਿਨ ਤੈਨੂੰ ਪਤਾ ਹੈ ਕਿ ਮੁਸਲਮਾਨਾਂ ਦਾ ਇੱਕ ਜਜ਼ਬਾ ਇਮਾਨੀ ਜਿਹੜਾ ਹੈ, ਬੜਾ ਪੁਖਤਾ ਹੈ। ਇੰਨਾ ਕੁ ਪੁਖਤਾ ਹੈ ਜਿਵੇਂ ਟਿੰਡੇ ਜਿਹੜੇ ਨੇ ਭਰ ਕੇ ਪਕਾਈ ਦੇ ਨੇ। ਹਾਏ ਹਾਏ ਵਾਹ ਵਾਹ। ਕਿਵੇਂ ਹਾਲੇ ਓਏ ਤੁਸੀਂ ਚੈੱਕ ਕਰੋ ਕਿ ਰਾਣਾ ਖੁਰਮ ਸਾਹਿਬ ਕੀ ਟੇਸਟ ਫਲੇਵਰਾਂ ਦੇ ਨਾਲ ਮੈਨੂੰ ਹਿਸਟਰੀ ਸੁਣਾ ਰਹੇ ਨੇ ਕਿ ਟਿੰਡੇ ਕੀ ਬਾਬਾ ਜੀ ਤੁਸੀਂ ਥੱਕ ਗਏ ਸੀ, ਖਾਂਸੀ ਸ਼ੁਰੂ ਹੋ ਗਈ ਕਿ ਤੁਹਾਡੇ ਸੈੱਲ ਚਾਰਜ ਨਹੀਂ ਗਿਆ ਅੱਜ ਦੇ ਦੌਰ 'ਚ? ਹੁਣ ਪੁੱਤਰੋ ਖੁਰਾਕਾਂ ਵੀ ਲਈਆਂ ਨਾ, ਜਦੋਂ ਸਾਡਾ ਟਾਈਮ ਸੀ ਉਸ ਵੇਲੇ। ਤੂੰ ਪਹਿਲਾਂ ਮੈਨੂੰ ਇਹ ਦੱਸ, ਤੈਨੂੰ ਕਿਹੜਾ ਤੰਗ ਕਰਦਾ, ਟੌਪਿਕ ਕਿਹੜਾ ਚੱਲਦਾ ਪਿਆ, ਤੂੰ ਮੇਰੀ ਖੁਰਾਕ ਤੇ ਆ ਗਿਆ। ਬਾਬਾ ਜੀ ਤੁਸੀਂ ਵੇਖੋ ਨਾ, ਤੁਸੀਂ ਆਪੇ ਹੀ ਟੌਪਿਕ ਦੇ ਵਿੱਚੋਂ ਟਿੰਡੇ ਭਰੇ ਹੋਏ ਓਏ ਹੋਏ ਕੀ ਲੰਗਰ ਦੀ ਤੁਸੀਂ ਆਵਾਜ਼ ਕਰਾਈ ਹੈ, ਕੀ ਯਾਦ ਕਰਾ ਨਾਲ ਤੁਸੀਂ ਖਾਂਸੀ ਕਰ ਦਿੱਤੀ ਹੈ। ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਤੁਸੀਂ ਉਦੋਂ ਫਿਰ ਕੀ ਹੋਇਆ? ਉਸ ਤੋਂ ਬਾਅਦ ਲੋਕ ਬਾਰਡਰ ਵੱਲ ਭੱਜਣਾ ਸ਼ੁਰੂ ਹੋ ਗਏ। ਹਰ ਪਾਸੇ ਧੂੰਆਂ ਹੀ ਧੂੰਆਂ। ਓਏ ਹੋਏ ਕੋਈ ਲੋਕ ਇੱਧਰ ਨੱਚਦੇ ਪਏ ਨੇ, ਕੋਈ ਲੋਕ ਇੱਧਰ ਨੱਚਦੇ ਪਏ ਨੇ। ਤੇ ਸਾਰੇ ਇੱਕੋ ਸਾਈਡ ਤੇ ਕਿਉਂ ਨਹੀਂ ਸੀ ਨੱਚਦੇ? ਜਿਹੜੀ ਥਾਂ ਲੱਭਦੀ ਸੀ ਉਸ ਸਾਈਡ ਤੇ ਨੱਚਦੇ ਸੀ। ਜਿਹੜਾ ਬੰਦਾ ਵੇਖਦੇ ਸੀ ਇੱਥੇ ਫੌਜੀ ਖਲੋਤਾ ਤੇ ਉੱਥੋਂ ਉਹਨੂੰ ਮਾਰੋ ਜਾਂਦਾ। ਅੱਛਾ ਫੌਜੀ ਜਿਹੜਾ ਵੀ ਲੱਭਦਾ ਸੀ ਮਾਰ ਦਿੰਦੇ ਸੀ? ਇੰਡੀਅਨ ਫੌਜੀ ਜਿਹੜਾ ਦੁਸ਼ਮਣ ਮੁਲਕ ਹੈ ਉਹਦਾ ਫੌਜੀ ਜਿਹੜਾ ਨਜ਼ਰ ਆਉਂਦਾ ਸੀ ਉਹਨੂੰ ਮਾਰਨ ਨੱਚਦੇ ਸੀ ਸਾਰੇ। ਫਿਰ ਰੇਡੀਓ 'ਚ ਅਨਾਉਂਸਮੈਂਟ ਹੋਈ, ਜਿਹੜੇ ਘਰ ਵਿੱਚ ਕੋਈ ਬੱਤੀ ਜਲਦੀ ਪਈ ਹੈ ਨਾ ਉਹ ਬੰਦ ਕਰ ਦਿਓ। ਉਸ ਵੇਲੇ ਬੱਤੀਆਂ ਤੇ ਹੁੰਦੀਆਂ ਨਹੀਂ ਸੀ, ਲਾਲਟੈਨ ਜਲਦਾ ਸੀ ਜਾਂ ਫਿਰ ਦੀਵੇ ਦੂਵੇ ਹੁੰਦੇ ਸੀ। ਕਿਉਂਕਿ ਉਹ ਕਹਿੰਦੇ ਸੀ ਕਿ ਜਿੱਥੇ ਰੋਸ਼ਨੀ ਨਜ਼ਰ ਆਉਂਦੀ ਸੀ ਉਹਨਾਂ ਦੇ ਜਹਾਜ਼ ਉੱਥੇ ਸ਼ੈਲਿੰਗ ਕਰਦੇ ਸੀ। ਸ਼ੈਲਿੰਗ ਕਰਦੇ ਸੀ ਜਾਂ ਬੰਬ ਮਾਰਦੇ ਸੀ? ਬੰਬ ਮਾਰਦੇ ਸੀ। ਹਾਂ ਉੱਥੇ ਬੰਬ ਸੁੱਟ ਦਿੰਦੇ ਸੀ ਜਿੱਥੇ ਲਾਈਟ ਨਜ਼ਰ ਆਉਂਦੀ ਸੀ। ਉੱਥੇ ਐਸੀ ਅਨਾਉਂਸਮੈਂਟ ਕਰਦੇ ਸੀ ਕਿ ਸਭ ਕੁਝ ਬੰਦ ਕਰ ਦਿਓ। ਤੇ ਮੈਂ ਆਪਣੀ ਅੱਖਾਂ ਨਾਲ ਸਭ ਕੁਝ ਦੇਖ ਰਿਹਾ ਸੀ। ਸਾਰਾ ਕੁਝ ਦੇਖ ਰਹੀ ਸੀ ਤੁਸੀਂ ਆਪਾਂ ਨਾਲ? ਮੈਂ ਸਭ ਕੁਝ ਦੇਖ ਰਿਹਾ ਸੀ। ਮਾਮਾ ਨੇ आज ही किस्सा सुना देना मेरे को, इतना एपिसोड का टाइम नहीं है। मावा ने अपने बेटे ते बहना ने अपने भरा मुल्क ਲਈ ਕੁਰਬਾਨ ਕਰਤੇ। ਕਈ ਸਿਵਿਲੀਅਨਸ ਤੇ ਸਾਡੇ ਜਿਹੜੇ ਜਵਾਨ ਸੀ ਉਹਨਾਂ ਨੇ ਜੰਗ ਸ਼ਹਾਦਤ ਨੋਸ਼ ਕੀਤੀ। ਸਾਡੀ ਜਿਹੜੀ ਆਰਮੀ ਦੀ ਤਾਦਾਦ ਸੀ, ਸਾਡੇ ਕੋਲ ਜਿਹੜਾ ਅਸਲਾ ਸੀ ਉਹ ਉਹਨਾਂ ਦੀ ਆਰਮੀ ਤੋਂ ਬਹੁਤ ਘੱਟ ਸੀ। लेकिन जिਵੇਂ मैं किया सी कि जज्बा ईमानी, जब जज्बा ईमानी में करना वाला तेनों टींडे पर याद आ जाता। नाज़रीन ये आप सोच चेक करें कि इस उम्र के तकाजे में जब आपको डॉक्टर सिर्फ लाइट फूड पे लेके आते हैं, यार मैं की करा बाबा ए किथों आ गया बाबा जी ताड़ी मेहरबानी किस्सा सुना दो। ਤੁਸੀਂ ਟਿੰਡੇ ਪਰੇ ਮੈਨੂੰ ਨਾ ਯਾਦ ਕਰਾਓ। ਤੇ ਕਿਹਾ ਵੀ ਜਾਂਦਾ ਹੈ ਕਿ 10 ਕਾਫਰ ਹੋਣ ਤੇ ਉਹਨਾਂ ਲਈ ਇੱਕ ਮੁਸਲਮਾਨ ਫੌਜੀ ਜਿਹੜਾ ਨਾ ਉਹ ਕਾਫੀ, ਉਹ ਭਾਰੀ ਹੋਣਾ, ਉਹ ਭਾਰੀ ਹੈ। ਇਮਾਨ ਦੀ ਇੰਨੀ ਤਾਕਤ ਹੈ, ਇੰਨੀ ਤਾਕਤ ਹੈ। ਅੱਲਾਹ ਤਾਲਾ ਨੇ ਕਰਮ ਕੀਤਾ, ਅੱਲਾਹ ਤਾਲਾ ਨੇ ਸਾਡੇ ਜਵਾਨਾਂ ਨੂੰ ਇੰਨੀ ਤਾਕਤ ਦਿੱਤੀ, ਇੰਨਾ ਹੌਸਲਾ ਦਿੱਤਾ ਕਿ ਇੱਕ ਟਾਈਮ ਇਹੋ ਜਿਹਾ ਆਇਆ ਕਿ ਇੰਡੀਅਨ ਫੌਜੀ ਜਿਹੜੇ ਸੀ ਉਹਨਾਂ ਦੀ ਦੌੜਾਂ ਲਵਾ ਦਿੱਤੀਆਂ ਵਾਪਸ। ਵਾਹ ਵਾਹ। ਤੇ ਮੈਂ ਸਭ ਕੁਝ ਆਪਣੀ ਅੱਖਾਂ ਨਾਲ ਵੇਖ ਰਿਹਾ ਸੀ। ਅੱਛਾ ਬਾਬਾ ਜੀ ਜਦੋਂ ਫੌਜੀ ਦੀ ਦੌੜਾਂ ਲੱਗ ਰਹੀਆਂ ਸੀ ਵਾਪਸ, ਤੁਸੀਂ ਉੱਥੇ ਕੀ ਕਰ ਰਹੇ ਸੀ? ਮੈਂ ਉਹਨਾਂ ਨੂੰ ਵੇਖ ਰਿਹਾ ਸੀ ਆਪਣੀ ਅੱਖਾਂ ਨਾਲ। ਮੈਂ ਆਪਣੀ ਅੱਖਾਂ ਨਾਲ ਉਹਨਾਂ ਨੂੰ ਨੱਚਦੇ ਵੇਖਿਆ। ਸਹੀ ਕਿ ਸਾਡੇ ਬੜੇ ਜਵਾਨ ਸ਼ਹੀਦ ਹੋ ਗਏ। ਮੇਜਰ ਅਜ਼ੀਜ਼ ਭੱਟੀ ਨੇ ਆਪਣੀ ਜਾਨ ਜਿਹੜੀ ਸੀ ਉਹ ਆਪਣੇ ਮੁਲਕ ਲਈ ਕੁਰਬਾਨ ਕਰਤੀ। ਉਹਦੇ ਨਾਲ ਹੋਰ ਬੜੇ ਮਤਲਬ ਸਾਡੇ ਜਿਹੜੇ ਜਾਂਬਾਜ਼ ਸੀ, ਸਾਡੇ ਬੜੇ ਜਵਾਨ ਸੀ, ਸ਼ਹਾਦਤ ਨੋਸ਼ ਫਰਮਾਈ। ਤੇ ਇੱਕ ਫੌਜੀ ਸੀ ਉਹ ਨੱਚਦਾ ਪਿਆ ਸੀ। ਉਹ ਨੱਚਦਾ ਉਹਨੇ ਇੱਕਦਮ ਰਾਈਫਲ ਕੱਢੀ ਤੇ ਰਾਈਫਲ ਉਹਨੇ ਮੇਰੇ ਨਾਲ ਕਰਤੀ। ਇਹ ਕਿਹੜਾ ਫੌਜੀ ਸੀ ਜਿਹੜਾ ਤੁਹਾਡੇ ਨਾਲ ਰਾਈਫਲ ਕਰਤੀ? ਮੈਂ ਉਹਨੂੰ ਘੋੜੀਆਂ ਪਾ ਰਿਹਾ ਤੇ ਮੈਂ ਵੇਖ ਰਿਹਾ ਸੀ। ਇੰਡੀਆ ਦਾ ਫੌਜੀ ਸੀ? ਹਾਂ। ਤੁਸੀਂ ਘੋੜੀਆਂ ਪਾ ਰਹੇ ਸੀ? ਹਾਂ। ਹੋ ਗਿਆ ਨਹੀਂ ਉਸ ਨੂੰ ਧਿਆਨ ਲੱਗਣ ਲੱਗੀ ਸੀ ਪੁੱਤਰ। ਉਦੋਂ ਸੀ ਨਜ਼ਰ ਆਉਂਦਾ ਸੀ? ਹਾਂ। ਤੁਹਾਨੂੰ ਟਿੰਡੇ ਯਾਦ ਨਹੀਂ ਆਏ ਘੋੜੀ ਦੇ? ਉਸ ਵੇਲੇ ਟਿੰਡੇ ਮੈਨੂੰ ਕੀ ਯਾਦ ਆਣਾ ਸੀ, ਉਸ ਵੇਲੇ ਤਾਂ ਮੈਨੂੰ ਅੱਧਾ ਲੱਗ ਹੋ ਗਈ। ਉਸ ਵੇਲੇ ਕਿ ਸ਼ਾਇਦ ਟਾਈਮ ਆ ਗਿਆ, ਆਖਰੀ ਟਾਈਮ ਆ ਗਿਆ। ਹਾਂ। ਉਹ ਮੈਨੂੰ ਘੋੜੀਆਂ ਪਾਉਂਦਾ ਪਿਆ ਸੀ। ਨਾਲ ਜਿਹੜੇ ਇਸ ਬੰਦੇ ਦਾ ਉਦੋਂ ਆਖਰੀ ਟਾਈਮ ਠੀਕ ਹੋਣਾ ਸੀ।
ਅੱਜ ਠੀਕ ਨਹੀਂ ਹੈ। ਮੈਂ ਸਹਿਮ ਗਿਆ। ਓਏ ਹੋਏ। ਉਹ ਮੈਨੂੰ ਘੂਰੀਆਂ ਪਾ ਰਿਹਾ ਤੇ ਮੈਨੂੰ ਸਖਤਾ ਹੋ ਗਿਆ। ਮੈਂ ਕਿਹਾ ਯਾਰ ਅੱਜ ਤੇ ਹੁਣ ਟਾਈਮ ਬਾਬੇ ਤੇਰਾ ਟਾਈਮ ਹੋ ਗਿਆ। ਅੱਜ ਤੇ ਬਾਕੀ ਸ਼ਹਾਦਤ ਦੇ ਨਾਲ ਅੱਜ ਸ਼ਹਾਦਤ ਹੋ ਜਾਣੀ ਅੱਜ। ਉਹਨੇ ਜਿਵੇਂ ਟ੍ਰਿਗਰ ਤੇ ਉਂਗਲੀ ਰੱਖੀ ਤੇ ਮੈਂ ਕਿਹਾ ਲੈ ਵੀ ਚਲਾਉਣ ਲੱਗਾ ਹੀ। ਓਏ ਹੋਏ। ਨਾਲ ਹੀ ਬੱਤੀ ਚੱਲ ਪਈ। ਸ਼ੁਕਰ ਹੈ ਅੱਲਾਹ ਤੇਰਾ, ਬੱਤੀ ਚੱਲ ਪਈ। ਨਹੀਂ, ਤੁਹਾਡੇ ਇਸ ਪੂਰੀ ਗੱਲ ਦੇ ਵਿੱਚ ਇਸ ਗੱਲ ਦੀ ਮੈਨੂੰ ਅਜੇ ਤੱਕ ਸਮਝ ਨਹੀਂ ਆਈ ਕਿ ਬੱਤੀ ਚਲੀ ਗਈ। ਮੈਂ ਟੀਵੀ ਵਿੱਚ ਵੇਖ ਰਿਹਾ ਸੀ ਨਾ। ਉਹ ਬਾਬਾ ਤੇਰਾ ਬੇੜਾ ਤਰਜੇ यार, तू की टाइम जाया कराता है यार तू मेरा। ਉਹ ਮੈਂ ਟੀਵੀ 'ਚ ਵੇਖ ਰਿਹਾ ਸੀ। ਅੱਲਾ ਦਾ ਸ਼ੁਕਰ ਹੈ ਇੱਥੇ ਲੋਡ ਸ਼ੇਡਿੰਗ ਹੋ ਜਾਂਦੀ ਹੈ। ਬੱਤੀ मौके ਤੇ ਚੱਲ गई। ਬੱਤੀ मौके ਤੇ ਨਾ ਜਾਂਦੀ ਤੇ ਸ਼ਾयद ਫੈਰ ਚੱਲ ਜਾਂਦੀ। नाज़रीन ये देखें कि आज इतना इम्पोर्टेंट दिन है। आज इतना इम्पोर्टेंट दिन है 6 सितंबर का, यौम दिफा, जो कि पूरा पाकिस्तान इसको सेलिब्रेट कर रहा है। तो बाबा जी ने रोला पाया है कि वो गोली चलाने लगा तो बत्ती चलेगी। यार मतलब कि तालुक किसी दी कोई वैल्यू दी कदर नहीं हैगी। उत्थे लोगों ने अपनी जाना दे के जेड़ा ना हर लोग अपनी जान दी है पाकिस्तान नु बचाने ले, ते तालु टिंडे ते बत्ती चलेगी ते ए ताडी खांसी ਤੁਸੀਂ ਕੀ ਸਾਬਤ ਕਰਨਾ ਚਾਹ ਰਹੇ ਹੋ? ਮੈਂ ਆਪ ਦੱਸਦਾ ਤੇ ਪਿਆ ਤੇ ਮੈਂ ਆਪਣੀ ਅੱਖਾਂ ਨਾਲ ਵੇਖਿਆ ਸੀ। ਯਾਰ ਅੱਖਾਂ ਨਾਲ ਵੇਖਿਆ ਤੂੰ ਟੀਵੀ 'ਚ ਅੱਖਾਂ ਨਾਲ ਵੇਖਿਆ? ਮੈਂ ਟੀਵੀ 'ਚ ਵੇਖਿਆ। ਉਸ ਟਾਈਮ ਬਿਲਕੁਲ ਨਹੀਂ ਦੱਸ। ਉਸ ਟਾਈਮ ਮੈਂ ਨਹੀਂ ਸੀ। ਤੇ ਕਿੱਥੇ ਸੀ ਉਸ ਟਾਈਮ? ਤੇ ਵਾਕਿਆ ਸਾਹਮਣੇ ਸੁਣਾ ਰਹੇ ਐ ਵਈ ਸੀ? ਵਾਕਿਆ मैं अपनी ਅੱਖਾਂ ਨਾਲ ਵੇਖਿਆ। कितने देखे? टीवी पे। नाज़रीन ये बंदा बिल्कुल ठीक नहीं है। मैंने इसकी बातों पे यकीन करके इसको अपने शो में बुलाया है, लेकिन ये देख लें किस तरह की बातें करके तो मुझे कंफ्यूज करके जा रहा है। और रोला पावे राम नाल बोल बाबे ने कमजोर ना समझी कि बाबा तो फिर दोबारा जंग लड़ लेगा मेरे नाल। मैं एक बड़क मारा ना। ਇਹਨੇ ਬੜਕ ਮਾਰਨੀ ਚਾਹੀਦੀ ਜਿਹੜਾ ਆਪ ਬੜਕ ਹੋਇਆ ਹੈ। मेरा पुत्र निरना बे। हाँ। फिर किंग मैंने कोरोना हो गया। अच्छा ये बात बाबा जी की मेरी समझ में आई है कि मेरे नजदीक मत बैठो, अदरवाइज तुम्हें भी कोरोना हो सकता है। तो नाज़रीन मिलते हैं अगले शो में, देखना मत भूलिएगा। दाबीश।